Okay, welcome back everybody to the second lecture of nuclear physics. In today's lecture, we are going to discuss about nuclear fission processes, nuclear fusion processes and shell model. ਆਪਾਂ ਜਦੋਂ ਕੱਲ ਡਿਸਕਸ ਕਰ ਚੁੱਕੇ ਹੈਗੇ ਆ ਕਿ ਆਪਾਂ ਕਿਸੇ ਵੀ ਨਿਊਕਲੀਅਸ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਤਾਂ ਉਹਨੂੰ ਰਿਪਰੈਜ਼ੈਂਟ ਕਰਨ ਦੇ ਲਈ ਆਪਾਂ ਕੀ ਕਰਦੇ ਆ ਬੇਸਿਕਲੀ ਉਹਨੂੰ ਆਪਾਂ ZX A ਦੇ ਨਾਲ ਰਿਪਰੈਜ਼ੈਂਟ ਕਰਦੇ ਹੈਗੇ ਆ। ਤਾਂ ਅੱਜ ਆਪਾਂ ਕੀ ਡਿਸਕਸ ਕਰਾਂਗੇ ਉਹ ਜਿਹੜੇ ਪ੍ਰੋਸੈਸਿਸ ਹੈਗੇ ਆ ਨਿਊਕਲੀਅਰ ਫਿਜ਼ਨ ਜਾਂ ਨਿਊਕਲੀਅਰ ਫਿਊਜ਼ਨ ਪ੍ਰੋਸੈਸਿਸ ਕਿਸ ਤਰ੍ਹਾਂ ਹੁੰਦੇ ਆ। ਜਿੱਦਾਂ ਆਪਾਂ ਸ਼ਬਦਾਂ ਤੋਂ ਸਮਝਦੇ ਹੈਗੇ ਆ ਪਹਿਲਾਂ ਫਿਊਜ਼ਨ ਹੋਣਾ ਜਾਂ ਫਿਰ ਫਿਜ਼ਨ ਹੋਣਾ। ਫਿਊਜ਼ਨ ਕੀ ਹੈਗਾ? ਫਿਊਜ਼ਨ ਦੇ ਵਿੱਚ ਕੀ ਹੋ ਰਿਹਾ, ਦੋ ਐਟਮਸ ਜਿਹੜੇ ਹੈਗੇ ਆ ਇੱਕ ਦੂਜੇ ਨਾਲ ਮਿਲ ਕੇ ਇੱਕ ਰਿਜ਼ਲਟੈਂਟ ਬਣਾ ਰਹੇ ਆ, ਜਦ ਕਿ ਫਿਜ਼ਨ ਦੇ ਵਿੱਚ ਕੀ ਹੋ ਰਿਹਾ ਆ ਆਪਣੇ ਕੋਲੇ ਇੱਕ ਲਾਰਜਰ ਐਟਮ ਜਿਹੜਾ ਹੈਗਾ ਉਹ ਸਮੋਲਰ ਐਟਮਸ ਦੇ ਵਿੱਚ ਬ੍ਰੇਕ ਡਾਊਨ ਹੋ ਰਿਹਾ ਆ। ਜਦ ਕਿ ਫਿਊਜ਼ਨ ਦੇ ਵਿੱਚ ਕੀ ਹੋ ਰਿਹਾ ਆ ਦੋ ਸਮੋਲਰ ਐਟਮਸ ਆਪਣੇ ਕੋਲੇ ਇੱਕ ਲਾਰਜਰ ਐਟਮ ਨੂੰ ਪ੍ਰੋਡਿਊਸ ਕਰ ਰਹੇ ਆ। ਆਪਾਂ ਜਿਹੜੀਆਂ ਫਿਜ਼ਨ ਰਿਐਕਸ਼ਨਸ ਨੇ ਫਿਜ਼ਨ ਰਿਐਕਸ਼ਨਸ ਦੇ ਵਿੱਚ ਆਪਾਂ ਕੀ ਸਟੱਡੀ ਕਰਦੇ ਹੈਗੇ ਆ, ਕੋਈ ਇੱਕ ਲਾਰਜਰ ਐਟਮ ਹੈ ਜਿਹਦੇ ਉੱਤੇ ਨਿਊਟਰੀਨੋ ਆ ਕੇ ਫਾਲ ਹੋਇਆ ਆ। ਉਸ ਨਿਊਟਰੀਨੋ ਦੀ ਵਜ੍ਹਾ ਕਰਕੇ ਕੀ ਹੋਇਆ ਉਹ ਐਟਮ ਜਿਹੜਾ ਹੈਗਾ ਦੋ ਸਮੋਲ ਐਟਮਸ ਦੇ ਵਿੱਚ ਬ੍ਰੇਕ ਡਾਊਨ ਹੋ ਗਿਆ। ਜਦ ਕਿ ਫਿਊਜ਼ਨ ਰਿਐਕਸ਼ਨ ਨੂੰ ਆਪਾਂ ਜਨਰਲੀ ਜਿੱਦਾਂ ਸਨ ਦੀਆਂ ਫਿਊਜ਼ਨ ਰਿਐਕਸ਼ਨਸ ਹੈਗੀਆਂ ਉਸ ਤਰ੍ਹਾਂ ਸਟੱਡੀ ਕਰਦੇ ਹਾਂ ਜੀ ਕਰ ਰਹੇ ਹੈਗੇ ਆ ਨਿਊਕਲੀਅਰ ਫਿਜ਼ਨ ਰਿਐਕਸ਼ਨ ਦੀ। ਨਿਊਕਲੀਅਰ ਫਿਜ਼ਨ ਰਿਐਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਆ ਕਿ ਇੱਕ ਕੋਈ ਲਾਰਜਰ ਨਿਊਕਲੀਅਸ ਹੈਗਾ ਆ ਜਿਹੜਾ ਕਿ ਇਸ ਕੇਸ ਦੇ ਵਿੱਚ ਆਪਣੇ ਕੋਲੇ ਕੀ ਹੈਗਾ ਯੂਰੇਨੀਅਮ 235। ਆਪਾਂ ਕੀ ਕਰਦੇ ਹੈਗੇ ਆ ਯੂਰੇਨੀਅਮ 235 ਦਾ ਜਿਹੜਾ ਹੈਗਾ ਆਪਾਂ ਐਟਮ ਲੈਂਦੇ ਆ, ਇਸ ਦੇ ਉੱਤੇ ਕੀ ਕਰਦੇ ਹੈਗੇ ਆ ਇਹਦੇ ਉੱਤੇ ਨਿਊਕਲੀਓਨਸ ਦੀ ਜਿਹੜੀ ਹੈਗੀ ਆ ਜਾਂ ਨਿਊਟਰੋਨਸ ਦੀ ਜਿਹੜੀ ਹੈਗੀ ਆ ਬੰਬਾਰਡਮੈਂਟ ਹੁੰਦੀ ਆ। ਜਦੋਂ ਇਹਦੇ ਉੱਤੇ ਨਿਊਟਰੋਨਸ ਦੀ ਬੰਬਾਰਡਮੈਂਟ ਹੁੰਦੀ ਆ ਤਾਂ ਉਸ ਟਾਈਮ ਕੀ ਹੁੰਦਾ ਆ ਆਪਣੇ ਕੋਲੇ ਜਿਹੜਾ ਯੂਰੇਨੀਅਮ ਹੈਗਾ ਆ ਉਹ ਬੇਰੀਅਮ ਤੇ ਕ੍ਰਿਪਟੋਨ ਦੇ ਵਿੱਚ ਬ੍ਰੇਕ ਡਾਊਨ ਹੋ ਜਾਂਦਾ। ਉਸੇ ਟਾਈਮ ਤਿੰਨ ਜਿਹੜੇ ਹੈਗੇ ਆ ਨਿਊਟਰੋਨਸ ਬਾਹਰ ਨਿਕਲਦੇ ਆ ਤੇ ਬਹੁਤ ਸਾਰੀ ਜਿਹੜੀ ਹੈਗੀ ਆ એનર્ਜੀ ਜਿਹੜੀ ਹੈਗੀ ਆ ਉਹ ਪ੍ਰੋਡਿਊਸ ਹੁੰਦੀ ਆ। ਆਹ ਵਾਲਾ ਜਿਹੜੀ ਰਿਐਕਸ਼ਨ ਹੈਗੀ ਆ ਰਾਜੇ ਇਹ ਨਿਊਕਲੀਅਰ ਰਿਐਕਟਰਸ ਦੇ ਵਿੱਚ ਜਿਹੜੀ ਹੈਗੀ ਆ ਕੀਤੀ ਜਾਂਦੀ ਆ ਟੂ ਪ੍ਰੋਡਿਊਸ ਇਲੈਕਟ੍ਰਿਸਿਟੀ। ਕਿਉਂਕਿ ਆਪਾਂ ਨੂੰ ਪਤਾ ਆ ਕਿ ਇਹਦੇ ਉੱਤੇ ਐਂਡ ਪ੍ਰੋਡਕਟ ਦੇ ਵਿੱਚ ਕੀ ਆ ਰਹੀ ਹੈ ਆਪਣੇ ਕੋਲੇ ਐਨਰਜੀ ਆ ਰਹੀ ਹੈ। ਜਿੱਦਾਂ ਆਪਾਂ ਕੱਲ੍ਹ ਕੀਤਾ ਸੀ ਕਿ ਕੋਈ ਵੀ ਐਟਮ ਦੇ ਜਿਹੜੇ ਹੈਗੇ ਆ ਸਬ ਐਟੋਮਿਕਲ ਪਾਰਟੀਕਲ ਜਾਂ ਜਦੋਂ ਆਪਾਂ ਨਿਊਕਲੀਅਸ ਦੀ ਗੱਲ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਕੁਛ ਇੱਕ ਸਪੈਸੀਫਿਕ ਅਮਾਊਂਟ ਆਫ ਐਨਰਜੀ ਹੁੰਦੀ ਆ। ਹੁਣ ਦੇਖੋ ਆਪਾਂ ਨੂੰ ਪਤਾ ਆ ਕਿ ਜਿਹੜਾ ਮਾਸ ਤੇ ਐਨਰਜੀ ਹੈਗੀ ਆ ਉਹ ਇੰਟਰਕਨਵਰਟੇਬਲ ਹੈ ਨਾ। ਜਿੱਦਾਂ ਆਪਾਂ ਕੱਲ੍ਹ ਰਿਐਕਸ਼ਨ E=mc², ਆਪਾਂ ਜਿਹੜੀ ਇਕੁਏਸ਼ਨ ਤੋਂ ਦੇਖਿਆ ਸੀ ਕਿ ਮਾਸ ਤੇ ਐਨਰਜੀ ਜਿਹੜੇ ਇੰਟਰਕਨਵਰਟੇਬਲ ਆ। ਤਾਂ ਇੱਥੇ ਕੀ ਕਰ ਰਹੇ ਆ ਜਿਹੜਾ ਯੂਰੇਨੀਅਮ 235 ਦਾ ਐਡੀਸ਼ਨਲ ਮਾਸ ਹੈਗਾ ਜਿਹੜਾ ਲੋਸਟ ਹੁੰਦਾ ਉਹ ਮਾਸ ਇਨ ਫਾਰਮ ਆਫ ਐਨਰਜੀ ਮਿਲਦਾ ਆ, ਜਿਹਦੀ ਵਜ੍ਹਾ ਕਰਕੇ ਇਹ ਰਿਐਕਸ਼ਨਸ ਨੂੰ ਰਿਐਕਟਰਸ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਆਪਾਂ ਕੀ ਕਰ ਸਕੀਏ ਲੋੜੀਂਦੀ ਐਨਰਜੀ ਪ੍ਰੋਡਿਊਸ ਕਰ ਸਕੀਏ। ਹੁਣ ਦੇਖੋ ਆਪਣੇ ਕੋਲੇ ਯੂਰੇਨੀਅਮ 235 ਦੇ ਜਦੋਂ ਆਪਾਂ ਮਾਸ ਦੀ ਗੱਲ ਕਰ ਰਹੇ ਹਾਂ ਯੂਰੇਨੀਅਮ 235 ਦਾ ਮਾਸ ਹੁੰਦਾ ਆ ਆਪਣੇ ਕੋਲੇ ਇਹਨਾਂ। ਆਪਾਂ ਕੀ ਕਰ ਰਹੇ ਹਾਂ ਯੂਰੇਨੀਅਮ 235 ਦੇ ਜਿਹੜਾ ਨਿਊਕਲੀਅਸ ਹੈਗਾ ਉਹਨੂੰ ਨਿਊਟਰੀਨੋ ਸਟਰਾਈਕ ਕਰਾ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਇੱਕ ਫਿਊਜ਼ਨ ਰਿਐਕਸ਼ਨ ਨੂੰ ਹੋਣ ਦੇ ਰਹੇ ਹਾਂ ਜਿਹਦੇ ਵਿੱਚ ਉਹ ਬ੍ਰੇਕ ਡਾਊਨ ਹੋ ਰਿਹਾ ਆ ਬੇਰੀਅਮ ਤੇ ਕ੍ਰਿਪਟੋਨ ਦੇ ਵਿੱਚ ਪਲੱਸ ਨਿਊਟਰੀਨੋ ਜਿਹੜੇ ਹੈਗੇ ਆ ਬਾਹਰ ਨਿਕਲੇ। ਇਹ ਵਾਲੇ ਨਿਊਟਰੀਨੋ ਨੂੰ ਰਾਜੇ ਜਿਹੜੀਆਂ ਗ੍ਰੇਫਾਈਟ ਦੀਆਂ ਰੋਡਸ ਹੁੰਦੀਆਂ ਉਹਨਾਂ ਦੇ ਹੈਲਪ ਦੇ ਨਾਲ ਅਬਜ਼ੋਰਬ ਕਰਵਾ ਲਿਆ ਜਾਂਦਾ ਹੈ ਤਾਂ ਕਿ ਇਹ ਰਿਐਕਸ਼ਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਨਾ ਹੋਵੇ। ਤਾਂ ਦੇਖੋ ਅਗਰ ਇੱਕ ਯੂਰੇਨੀਅਮ ਦਾ ਨਿਊਕਲੀਅਸ ਜਦੋਂ ਬ੍ਰੇਕ ਡਾਊਨ ਹੋ ਰਿਹਾ ਆ ਤਾਂ ਉਹਦੇ 'ਚੋਂ 3 ਨਿਊਟਰੀਨੋ ਬਾਹਰ ਨਿਕਲਦੇ ਆ ਤਾਂ ਜੇ 10 ਬ੍ਰੇਕ ਡਾਊਨ ਹੋਣਗੇ ਤਾਂ ਮਤਲਬ 30 ਜਿਹੜੇ ਹੈਗੇ ਆ ਉਹ ਬਾਹਰ ਨਿਕਲਣਗੇ ਜਿਹੜੇ ਗਾਹਾਂ ਫਰਦਰ ਉਸ ਰਿਐਕਸ਼ਨ ਨੂੰ ਪ੍ਰੋਡਿਊਸ ਕਰਾਉਣਗੇ। ਤਾਂ ਆਹ ਨਿਊਟਰੀਨੋ ਨੂੰ ਆਪਾਂ ਨੂੰ ਇਨਫਾਈਨਾਈਟ ਤੱਕ ਐਨਰਜੀ ਨਾ ਲੈ ਕੇ ਜਾਣ, ਬਹੁਤ ਜ਼ਿਆਦਾ ਆਪਣੇ ਕੋਲੇ ਜਿਹੜੀ ਹੈਗੀ ਰਿਐਕਸ਼ਨ ਦੀ ਐਨਰਜੀ ਨਾ ਪ੍ਰੋਡਿਊਸ ਹੋਵੇ, ਤਾਂ ਕਰਕੇ ਆਪਾਂ ਕੀ ਕਰਦੇ ਹੁੰਦੇ ਆ ਆਪਾਂ ਗ੍ਰੇਫਾਈਟ ਦੀਆਂ ਰੋਡਸ ਲਾਉਂਦੇ ਹਾਂ ਤਾਂ ਕਿ ਉਹ ਇਹਨਾਂ ਨਿਊਟਰੀਨੋਜ਼ ਨੂੰ ਅਬਜ਼ੋਰਬ ਕਰ ਲੈਂਦੀਆਂ ਨੇ ਤੇ ਆਪਾਂ ਸਿਰਫ ਇੱਕ ਕੰਟਰੋਲਡ ਰਿਐਕਸ਼ਨ ਕਰਵਾਉਣੀ ਹੈ ਇਹਦੇ ਵਿੱਚ। ਹੁਣ ਦੇਖੋ ਆਪਾਂ ਨੂੰ ਪਤਾ ਆ ਕੱਲ੍ਹ ਆਪਾਂ ਕੀਤਾ ਸੀ ਕਿ ਨਿਊਟਰੀਨੋ ਦਾ ਮਾਸ ਜਿਹੜਾ ਹੈਗਾ ਕੁਛ ਇੰਨਾ ਹੁੰਦਾ ਹੈ। ਜਿਹੜਾ AMU ਹੈਗਾ ਰਾਜੇ AMU ਇੱਥੇ ਦੱਸਦਾ ਹੈਗਾ ਅਟੋਮਿਕ ਮਾਸ ਯੂਨਿਟ।
ਆਪਾਂ ਇਹਨਾਂ ਨੂੰ ਐਟੋਮਿਕ ਮਾਸ ਯੂਨਿਟ ਦੇ ਵਿੱਚ ਜਿਹੜਾ ਹੈਗਾ ਮੇਜਰ ਕੀਤਾ ਆ। ਯੂਰੇਨੀਅਮ ਦਾ ਮਾਸ, ਠੀਕ ਹੈ, ਮਾਸ ਆਫ ਨਿਊਟਰੀਨੋ, ਤੇ ਉਸ ਤੋਂ ਬਾਅਦ ਮਾਸ ਆਫ ਬੇਰੀਅਮ। ਆਪਾਂ ਕਰਨਾ ਕੀ ਚਾਹ ਰਹੇ ਹਾਂ, ਆਪਾਂ ਜਿਹੜੀ ਰਿਐਕਟੈਂਟ ਸਾਈਡ ਹੈਗੀ ਆ, ਠੀਕ ਹੈ, ਇੱਧਰ ਟੋਟਲ ਮਾਸ ਕਿੰਨਾ ਹੈਗਾ, ਜਿਹੜੀ ਪ੍ਰੋਡਕਟ ਸਾਈਡ ਹੈਗੀ ਆ ਇੱਧਰ ਟੋਟਲ ਮਾਸ ਕਿੰਨਾ ਆ, ਉਹਨਾਂ ਦਾ ਡਿਫਰੈਂਸ ਕਰਕੇ એનર્ਜੀ ਕਿੰਨੀ ਚੇਂਜ ਹੋਈ ਆ ਜਾਂ એનર્ਜੀ ਕਿੰਨੀ ਸਿਸਟਮ ਦੇ ਵਿੱਚੋਂ ਨਿਕਲੀ ਆ, ਆਪਾਂ ਉਹਨੂੰ ਕੈਲਕੂਲੇਟ ਕਰਾਂਗੇ। ਤਾਂ ਹੁਣ ਜਦੋਂ ਆਪਾਂ ਦੇਖਿਆ ਯੂਰੇਨੀਅਮ ਦਾ ਮਾਸ ਇੰਨਾ ਹੈਗਾ, ਨਿਊਟਰੀਨੋ ਦਾ ਮਾਸ ਇੰਨਾ, ਤਾਂ ਆਹ ਵਾਲੀ ਚੀਜ਼ ਆਪਣੇ ਕੋਲੇ ਰਿਐਕਟੈਂਟ ਸਾਈਡ ਆ ਗਈ। ਉਸੇ ਤਰ੍ਹਾਂ ਮਾਸ ਆਫ ਬੇਰੀਅਮ ਆਪਣੇ ਕੋਲੇ ਹੈਗਾ ਆ, ਠੀਕ ਹੈ। ਬੇਰੀਅਮ ਤੋਂ ਬਾਅਦ ਕ੍ਰਿਪਟੋਨ ਦਾ ਮਾਸ ਹੈਗਾ ਆਪਣੇ ਕੋਲੇ ਇੰਨਾ, ਠੀਕ ਹੈ। ਮਾਸ ਆਫ 3 ਨਿਊਟਰੀਨੋਸ, ਆਪਾਂ ਜਦੋਂ ਪਿਛਲੀ ਰਿਐਕਸ਼ਨ ਦੇ ਵਿੱਚ ਦੇਖੀਏ ਤਾਂ ਆਪਣੇ ਕੋਲੇ ਕੀ ਹੈਗਾ, ਇਸ ਕੇਸ ਦੇ ਵਿੱਚ 3 ਨਿਊਟਰੀਨੋਸ ਬਾਹਰ ਨਿਕਲ ਰਹੇ ਆ, ਤਾਂ ਆਪਾਂ ਨੂੰ 1 ਨਿਊਟਰੀਨੋ ਦਾ ਮਾਸ ਪਤਾ ਆ, ਤਾਂ ਇਹਨੂੰ 3 ਨਾਲ ਮਲਟੀਪਲਾਈ ਕੀਤਾ ਤਾਂ ਕਿ ਆਪਣੇ ਕੋਲੇ 3 ਨਿਊਟਰੀਨੋਸ ਦਾ ਜਿਹੜਾ ਹੈਗਾ ਮਾਸ ਆ ਜਾਵੇ। ਤਾਂ ਇਹਨੂੰ ਜਦੋਂ ਆਪਾਂ 3 ਦੇ ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ ਆਪਣੇ ਕੋਲੇ ਮਾਸ ਆਫ 3 ਨਿਊਟਰੋਨਸ। ਉਸ ਤੋਂ ਬਾਅਦ ਕੀ ਕੀਤਾ, ਟੋਟਲ ਆ ਮਾਸ ਹੋ ਗਿਆ ਆਪਣੇ ਕੋਲੇ। ਫਾਈਨਲ ਮਾਸ ਦੇਖਿਆ, ਫਾਈਨਲ ਮਾਸ ਕੀ ਕੀਤਾ, ਆਪਾਂ ਨੇ ਸਾਰਿਆਂ ਦਾ ਸਾਰਾ ਐਡ ਕੀਤਾ, ਟੋਟਲ ਫਾਈਨਲ ਮਾਸ ਮਾਈਨਸ ਦਾ ਡਿਫਰੈਂਸੀਏਸ਼ਨ। ਡਿਫਰੈਂਸੀਏਸ਼ਨ ਕਿਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਇਹਨਾਂ ਦੋਨਾਂ ਦੇ ਮਾਸ ਨੂੰ ਐਡ ਕੀਤਾ, 235 45.733 ਪਲੱਸ ਦਿਸ ਮਾਸ। ਉਧਰਲੇ ਪਾਸੇ ਆਪਾਂ ਬੇਰੀਅਮ ਦਾ ਮਾਸ ਐਡ ਕੀਤਾ, ਕ੍ਰਿਪਟੋਨ ਦਾ ਮਾਸ ਐਡ ਕੀਤਾ, ਤੇ 3 ਜਿਹੜੇ ਆਪਣੇ ਕੋਲੇ ਨਿਊਟਰੋਨਸ ਆਏ ਆ ਉਹਨਾਂ ਦਾ ਮਾਸ ਐਡ ਕੀਤਾ। ਇਹਨਾਂ ਸਾਰੇ ਮਾਸਿਸ ਦੀ ਸਬਟਰੈਕਸ਼ਨ ਕੁਛ ਇੰਨੀ ਆ ਗਈ। ਇੱਕ ਰਾਜੇ ਆ ਚੀਜ਼ ਜਿਹੜੀ ਹੈਗੀ ਆ, ਸਿੰਸ 1 AMU, ਇੱਥੇ ਇਹ ਹੈਗੀ ਆ 1 AMU ਕਿੰਨੀ ਕਾਹਦੇ ਇਕੁਅਲ ਹੁੰਦੀ ਆ, 931 ਮੈਗਾ ਇਲੈਕਟ੍ਰੋਨ ਵੋਲਟ। You need to keep this thing in mind that 1 atomic mass unit is equals to 931 mega electron volt। ਇਹ ਚੀਜ਼ ਜਿਹੜੇ ਹੈਗੇ ਆ, ਜਿੰਨੇ ਵੀ ਇਹਦੇ ਨਾਲ ਰਿਲੇਟਡ ਨੂਮੈਰੀਕਲਸ ਆ ਸਕਦੇ ਹੈਗੇ ਆ ਫਿਜ਼ਨ ਰਿਐਕਸ਼ਨ ਜਾਂ ਫਿਊਜ਼ਨ ਰਿਐਕਸ਼ਨ ਦੇ ਨਾਲ ਰਿਲੇਟਡ, ਆਪਾਂ ਉਹਦੇ 'ਚ ਕੈਲਕੂਲੇਟ ਕਰਾਂਗੇ। ਸੇਮ ਪ੍ਰੋਸੀਜਰ ਫੋਲੋ ਕਰਾਂਗੇ। ਰਿਐਕਟੈਂਟ ਵਾਲੀ ਸਾਈਡ ਦਾ ਟੋਟਲ ਮਾਸ ਕੈਲਕੂਲੇਟ ਕੀਤਾ ਜਾਊਗਾ, ਤੁਹਾਨੂੰ ਮਾਸਿਸ ਇੰਡੀਵਿਜੂਅਲ ਮਾਸਿਸ ਗਿਵਨ ਹੋਣਗੇ ਉੱਥੇ। ਆਪਾਂ ਰਿਐਕਟੈਂਟ ਵਾਲੀ ਸਾਈਡ ਦਾ ਟੋਟਲ ਮਾਸ ਕੈਲਕੂਲੇਟ ਕਰਾਂਗੇ, ਆਪਾਂ ਪ੍ਰੋਡਕਟਸ ਵਾਲੀ ਸਾਈਡ ਦਾ ਟੋਟਲ ਮਾਸ ਕੈਲਕੂਲੇਟ ਕਰਾਂਗੇ, ਕਿਉਂਕਿ ਰਿਐਕਟੈਂਟ ਵਾਲੀ ਸਾਈਡ ਤੋਂ ਕੁਛ ਚੀਜ਼ ਪ੍ਰੋਡਕਟ ਵਾਲੀ ਸਾਈਡ ਗਈ ਹੈ ਤਾਂ ਉਹਨਾਂ ਦੀ ਡਿਫਰੈਂਸ਼ੀਏਸ਼ਨ ਕਰਾਂਗੇ। ਉਹ ਜਿੰਨੀ એનર્ਜੀ ਆ ਗਈ, ਹੁਣ ਆਪਾਂ ਆ એનર્ਜੀ ਜਿਹੜੀ ਹੈਗੀ ਆ, ਜਦੋਂ ਆਪਾਂ ਇਸ એનર્ਜੀ ਨੂੰ ਸਬਸਟਰੈਕਟ ਕਰਕੇ ਜਿੰਨੀ એનર્ਜੀ ਆਪਣੇ ਕੋਲ ਆ ਰਹੀ ਹੈ ਉਹਨੂੰ ਆਪਾਂ ਕਹਿਤਾ એનર્ਜੀ ਰਿਲੀਜ਼ ਹੋਈ ਹੈ ਸਿਸਟਮ ਦੇ ਵਿੱਚ, ਠੀਕ ਹੈ। ਤਾਂ ਉਹ ਕਿੰਨੀ એનર્ਜੀ ਰਿਲੀਜ਼ ਹੋਈ ਹੈ, ਜਿੰਨਾ ਵੀ ਆਪਣੇ ਕੋਲ ਇਹਨਾਂ ਨੂੰ ਸਬਸਟਰੈਕਟ ਕਰਕੇ ਆਨਸਰ ਆਇਆ ਸੀ, ਮਾਈਨਸ ਇਹਨੂੰ ਮਲਟੀਪਲਾਈ ਕਰਤਾ 931 ਮੈਗਾ ਇਲੈਕਟ੍ਰੋਨ ਵੋਲਟ ਨਾਲ। ਤਾਂ ਇਸ ਰਿਐਕਸ਼ਨ ਦੇ ਵਿੱਚ ਆਪਣੇ ਕੋਲੇ ਆਲਮੋਸਟ 200 ਮੈਗਾ ਇਲੈਕਟ੍ਰੋਨ ਵੋਲਟ એનર્ਜੀ ਜਿਹੜੀ ਹੈਗੀ ਆ ਪ੍ਰੋਡਿਊਸ ਹੋ ਰਹੀ ਆ। ਤਾਂ ਇੱਕ ਸਿੰਪਲ ਜੀ ਰਿਐਕਸ਼ਨ ਦੇ ਨਾਲ ਆਪਣੇ ਕੋਲੇ 200 ਮੈਗਾ ਇਲੈਕਟ੍ਰੋਨ ਵੋਲਟ એનર્ਜੀ ਦਾ ਜਨਰੇਟ ਹੋਣਾ, ਇਹ ਆਪਣੇ ਕੋਲੇ ਕੀ ਦੱਸਦਾ ਹੈਗਾ ਕਿ ਆਪਾਂ ਇਸ એનર્ਜੀ ਦੀ ਰਿਐਕਸ਼ਨ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਯੂਜ਼ ਕਰ ਸਕਦੇ ਹੈਗੇ। ਸਪੈਸ਼ਲੀ ਆਪਾਂ ਹੁਣ ਨਿਊਕਲੀਅਰ ਸਬਮਰੀਨ ਹੋ ਗਿਆ, ਨਿਊਕਲੀਅਰ ਰਿਐਕਟਰਸ ਹੋ ਗਏ, ਉੱਥੇ ਸਾਰੇ ਕਿਤੇ ਇੱਦਾਂ ਦੀਆਂ ਰਿਐਕਸ਼ਨਸ ਯੂਜ਼ ਕੀਤੀਆਂ ਜਾਂਦੀਆਂ ਨੇ ਤਾਂ ਕਿ ਬਹੁਤ ਜ਼ਿਆਦਾ ਅਬੰਡੈਂਟ ਅਮਾਊਂਟ ਆਫ એનર્ਜੀ ਜਿਹੜੀ ਹੈਗੀ ਹੈ ਜਨਰੇਟ ਕੀਤੀ ਜਾ ਸਕੇ। ਓਕੇ, ਇਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਹੈਗਾ ਆ ਆਪਣੇ ਕੋਲੇ ਨਿਊਕਲੀਅਰ ਫਿਊਜ਼ਨ ਰਿਐਕਸ਼ਨ। ਹੁਣ ਆਪਾਂ ਕੀ ਹੈ, ਫਿਊਜ਼ਨ ਵਰਡ ਤੋਂ ਮਤਲਬ ਸਮਝਦੇ ਹਾਂ ਕਿਸੇ ਦੋ ਚੀਜ਼ਾਂ ਦਾ ਫਿਊਜ਼ ਹੋਣਾ। ਫਿਊਜ਼ ਹੋਣਾ ਮਤਲਬ ਦੋ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਕੇ ਇੱਕ ਰਿਜ਼ਲਟ ਦੇ ਰਹੀਆਂ ਨੇ। ਇਸ ਕੇਸ ਦੇ ਵਿੱਚ ਕੀ ਹੈਗਾ ਆ, ਆਪਣੇ ਕੋਲੇ ਜਿਹੜੇ ਹਾਈਡਰੋਜਨ ਐਟਮ ਹੈਗੇ ਆ ਉਹ ਕੀ ਬਣਾ ਰਹੇ ਹੈਗੇ ਆ, ਇੱਥੇ ਆਪਣੇ ਕੋਲੇ ਹੀਲੀਅਮ ਬਣਾ ਰਹੇ ਆ। ਤਾਂ ਇਸ ਕੇਸ ਦੇ ਵਿੱਚ ਕੀ ਹੋਇਆ ਆ, 1H1 ਦੋ ਹਾਈਡਰੋਜਨ ਜਿਹੜੇ ਹੈਗੇ ਆ ਆਪਣੇ ਕੋਲੇ ਇੱਕ ਹੀਲੀਅਮ ਨੂੰ ਜਨਰੇਟ ਕਰ ਰਹੇ ਆ। ਤਾਂ ਹੁਣ ਦੇਖੋ ਇਹਦੇ ਵਿੱਚ ਕੀ ਹੈਗਾ, ਇਨੀਸ਼ੀਅਲ ਮਾਸ ਆਫ ਡਿਊਟੀਰੀਅਮ। ਡਿਊਟੀਰੀਅਮ ਕੀ ਹੈਗਾ ਰਾਜੇ, ਡਿਊਟੀਰੀਅਮ ਜਿਹੜਾ ਹੈਗਾ ਹਾਈਡਰੋਜਨ ਐਟਮ ਦਾ ਹੀ ਇੱਕ ਆਈਸੋਟੋਪ ਹੈਗਾ ਆ, ਠੀਕ ਹੈ। ਤੇ ਹਾਈਡਰੋਜਨ ਐਟਮ ਦੇ ਇਸ ਆਈਸੋਟੋਪ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਕੋਲੇ ਜਿਹੜਾ ਮਾਸ ਨੰਬਰ ਹੈਗਾ ਆ, E ਦੀ ਵੈਲਿਊ ਹੁੰਦੀ ਆ ਉਹ ਕਿੰਨੀ ਹੁੰਦੀ ਹੈ, 2 ਹੁੰਦੀ ਹੈ, ਠੀਕ ਹੈ। ਤਾਂ ਆਪਾਂ ਕੀ ਕੀਤਾ, ਇਨੀਸ਼ੀਅਲ ਮਾਸਿਸ ਕੱਢੇ ਇਹਨਾਂ ਦੋਨਾਂ ਦੇ, ਕਿਉਂਕਿ ਹੁਣ ਆਪਣੇ ਕੋਲੇ 2 ਡਿਊਟੀਰੀਅਮ ਐਟਮ ਸੀ ਤਾਂ ਉਸ ਚੀਜ਼ ਨੂੰ ਆਪਾਂ ਨੇ 2 ਦੇ ਨਾਲ ਮਲਟੀਪਲਾਈ ਕੀਤਾ
ਤਾਂ ਆਪਣੇ ਕੋਲੇ ਇੰਨਾ ਜਿਹੜਾ ਹੈਗਾ ਟੋਟਲ ਇਨੀਸ਼ੀਅਲ ਜਿਹੜਾ ਹੈਗਾ ਮਾਸ ਆ ਗਿਆ। ਉਸ ਤੋਂ ਬਾਅਦ ਆਪਾਂ ਕੀਤਾ ਹੀਲੀਅਮ ਐਟਮ ਦਾ ਮਾਸ। ਹੁਣ ਦੇਖੋ ਹੀਲੀਅਮ ਐਟਮ ਦਾ ਮਾਸ ਤੇ ਜਿਹੜਾ ਇਨੀਸ਼ੀਅਲ ਮਾਸ ਸੀਗਾ, ਜਦੋਂ ਆਪਾਂ ਇਹਨਾਂ ਦੋਨਾਂ ਮਾਸਿਸ ਨੂੰ ਸਬਸਟਰੈਕਟ ਕੀਤਾ, ਰਿਐਕਟੈਂਟ ਮਾਈਨਸ ਪ੍ਰੋਡਕਟ ਕੀਤਾ, ਤਾਂ ਆਪਣੇ ਕੋਲੇ ਆਪਾਂ ਕੀ ਕੀਤਾ, ਇੱਥੋਂ ਆਪਣੇ ਕੋਲੇ ਜਿਹੜਾ ਹੈਗਾ ਜਦੋਂ ਇਹਨਾਂ ਦੋਨਾਂ ਦੇ ਮਾਸਿਸ ਨੂੰ ਸਬਸਟਰੈਕਟ ਕੀਤਾ ਤਾਂ ਆਪਾਂ ਕੀ ਕਹਿਣਾ ਚਾਹ ਰਹੇ ਹੈਗੇ ਆ, ਰਿਐਕਟੈਂਟ ਮਾਸ ਮਾਈਨਸ ਪ੍ਰੋਡਕਟ। ਜਿਹੜੇ ਪ੍ਰੋਡਕਟ ਦਾ ਇੱਥੇ ਕੀ ਹੈਗਾ, ਰਿਐਕਟੈਂਟ ਦਾ ਮਾਸ ਜਿੰਨਾ ਵੀ ਸੀਗਾ ਮਾਈਨਸ ਪ੍ਰੋਡਕਟ ਦਾ ਮਾਸ। ਹੁਣ ਸਾਨੂੰ ਪਤਾ ਆ ਕਿ ਜਿਹੜਾ ਰਿਐਕਟੈਂਟ ਦਾ ਮਾਸ ਜ਼ਿਆਦਾ ਆ, ਠੀਕ ਹੈ, ਪ੍ਰੋਡਕਟ ਦਾ ਮਾਸ ਘੱਟ ਹੈ। ਤਾਂ ਪ੍ਰੋਡਕਟ ਦਾ ਮਾਸ ਘੱਟ ਹੈ ਤਾਂ ਮਤਲਬ ਆਪਾਂ ਨੂੰ ਪਤਾ ਆ ਕਿ ਆਪਾਂ ਕਹਿੰਦੇ ਆ ਕਿ એનર્ਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਇਸ ਕੇਸ ਦੇ ਵਿੱਚ ਆਪਣਾ ਮਾਸ ਘਟ ਰਿਹਾ ਆ। ਉਹ ਮਾਸ ਕਿਉਂ ਘਟ ਰਿਹਾ ਆ, ਉਹ ਮਾਸ ਜਿਹੜਾ ਹੈਗਾ એનર્ਜੀ ਦੇ ਵਿੱਚ ਜਿਹੜਾ ਹੈਗਾ ਇੰਟਰਚੇਂਜ ਹੋ ਰਿਹਾ ਹੈ, ਟਰਾਂਸਫਾਰਮ ਹੋ ਰਿਹਾ ਆ। ਜਿਹੜਾ ਇੱਥੇ ਸਬਸਟਰੈਕਟਡ ਮਾਸ ਹੈਗਾ, ਜਿਹੜਾ ਇੰਨੇ ਅਟੋਮਿਕ ਮਾਸ ਯੂਨਿਟ ਮਿਸਿੰਗ ਹੈਗਾ ਆ, ਉਹ ਮਾਸ ਕੀ ਹੋ ਰਿਹਾ ਆ, ਉਹ ਮਾਸ ਆਪਣੇ ਕੋਲੇ ਕਾਹਦੇ 'ਚ ਚੇਂਜ ਹੋ ਰਿਹਾ ਆ, ਉਹ ਮਾਸ ਆਪਣੇ ਕੋਲੇ એનર્ਜੀ ਦੇ ਵਿੱਚ ਚੇਂਜ ਹੋ ਰਿਹਾ ਆ। ਕਿੰਨੀ એનર્ਜੀ ਰਿਲੀਜ਼ ਹੋਊਗੀ ਆਪਣੇ ਸਿਸਟਮ ਦੇ ਵਿੱਚੋਂ। ਤਾਂ ਆਪਾਂ ਕੀ ਕੈਲਕੂਲੇਟ ਕੀਤਾ ਕਿ 0.2554 EMU ਮਾਸ ਜਿਹੜਾ ਹੈਗਾ ਉਹ ਆਪਣੇ ਕੋਲੇ ਸਿਸਟਮ ਦੇ ਵਿੱਚੋਂ ਮਿਸਿੰਗ ਹੈਗਾ ਆ। ਤਾਂ ਆਪਾਂ ਨੂੰ ਪਤਾ ਹੈਗਾ ਕਿ ਇੱਕ EMU ਕਿੰਨੇ ਇਲੈਕਟ੍ਰੋਨ ਵੋਲਟ ਦੇ ਇਕੁਅਲ ਹੁੰਦਾ ਆ, 931 ਮੈਗਾ ਇਲੈਕਟ੍ਰੋਨ ਵੋਲਟ ਦੇ ਇਕੁਅਲ। ਤੇ ਆਪਣੇ ਕੋਲੇ ਟੋਟਲ એનર્ਜੀ ਕਿੰਨੀ ਰਿਲੀਜ਼ ਹੋਗੀ, ਮਿਸਿੰਗ ਮਾਸ ਇਨਟੂ 931। ਤਾਂ ਇਦਾਂ ਦੇ ਇਕੁਏਸ਼ਨਸ ਤੁਹਾਨੂੰ ਕੀ ਆਣਗੇ, ਤੁਹਾਨੂੰ ਪੇਪਰ ਦੇ ਵਿੱਚ ਕੋਈ ਰਿਐਕਸ਼ਨ ਦਿੱਤੀ ਹੋ ਸਕਦੀ ਹੈ ਜਿਹਦੇ 'ਚ ਉਹਨਾਂ ਨੇ ਆਪਾਂ ਨੂੰ ਰਿਐਕਟੈਂਟ ਦਾ ਮਾਸਿਸ ਦਿੱਤੇ ਹੋਣਗੇ, ਆਪਾਂ ਨੂੰ ਪ੍ਰੋਡਕਟ ਦੇ ਮਾਸਿਸ ਦਿੱਤੇ ਹੋਣਗੇ, ਤੇ ਉਹਨਾਂ ਨੇ ਆਪਾਂ ਨੂੰ ਪੁੱਛਿਆ ਹੋਣਾ ਕਿ ਕਿੰਨੇ ਅਮਾਊਂਟ ਆਫ એનર્ਜੀ ਜਿਹੜੀ ਹੈਗੀ ਹੈ ਸਿਸਟਮ ਦੇ ਵਿੱਚੋਂ ਰਿਲੀਜ਼ ਹੋਈ ਹੈ। ਤਾਂ ਆਪਾਂ ਕੀ ਕਰ ਰਹੇ ਹਾਂ, ਆਪਾਂ ਦੋਨਾਂ ਦੇ ਮਾਸਿਸ, ਟੋਟਲ ਮਾਸਿਸ ਆਫ ਰਿਐਕਟੈਂਟ ਪਲੱਸ ਕਰਕੇ ਜਾਂ ਮਲਟੀਪਲਾਈ ਕਰਕੇ, ਜਿੱਦਾਂ ਆਪਾਂ ਨਿਊਟਰੋਨ ਦੇ ਕੇਸ ਦੇ ਵਿੱਚ ਕੀਤਾ ਸੀ, ਆਪਾਂ ਉਹਨੂੰ 3 ਦੇ ਨਾਲ ਮਲਟੀਪਲਾਈ ਕੀਤਾ ਸੀ ਕਿਉਂਕਿ 3 ਨਿਊਟਰੋਨਸ ਜਿਹੜੇ ਹੈਗੇ ਆ ਉਹ ਬਾਹਰ ਨਿਕਲ ਰਹੇ ਸੀ ਸਿਸਟਮ ਦੇ ਵਿੱਚੋਂ। ਤਾਂ ਉਹਨਾਂ ਨੂੰ ਜਿਹੜਾ ਹੈਗਾ ਰਿਐਕਟੈਂਟ ਵਾਲੀ ਸਾਈਡ ਨੂੰ ਸਮ ਕਰਕੇ, ਉਧਰੋਂ ਪ੍ਰੋਡਕਟ ਵਾਲੀ ਸਾਈਡ ਦਾ ਆਪਾਂ ਟੋਟਲ ਸਮ ਕਰਕੇ ਉਸਨੂੰ ਸਬਸਟਰੈਕਟ ਕਰਾਂਗੇ। ਉਹਨੂੰ ਆਪਾਂ ਕੀ ਕਰ ਰਹੇ ਹਾਂ, ਉਹ ਆਪਣਾ ਮਾਸ EMU ਦੇ ਵਿੱਚ ਹੈਗਾ, ਤਾਂ ਉਹਨੂੰ ਆਪਾਂ ਜਿਹੜਾ ਹੈਗਾ એનર્ਜੀ ਦੇ ਵਿੱਚ ਕਨਵਰਟ ਕੀਤਾ ਆ। ਇੱਕ EMU ਜਿਵੇਂ ਆਪਾਂ ਨੂੰ ਪਤਾ ਹੈ 931 ਮੈਗਾ ਇਲੈਕਟ੍ਰੋਨ ਵੋਲਟ ਦੇ ਇਕੁਅਲ ਹੁੰਦਾ, ਤਾਂ ਉਹਨੂੰ ਆਪਾਂ ਮਲਟੀਪਲਾਈ ਕਰਕੇ ਅਲਟੀਮੇਟਲੀ ਕੀ ਕੀਤੀ ਆ, ਆਪਾਂ ਕਿੰਨੀ એનર્ਜੀ ਰਿਲੀਜ਼ ਹੋਈ ਆ ਸਿਸਟਮ ਦੇ ਵਿੱਚੋਂ ਉਹਨੂੰ ਆਪਾਂ ਕੈਲਕੂਲੇਟ ਕਰ ਲਿਆ ਆ। ਓਕੇ, ਸੋ ਲੈਟਸ ਮੂਵ ਟੂ ਦਾ ਨੈਕਸਟ ਪਾਰਟ। ਇਸ ਤੋਂ ਪਹਿਲਾਂ ਇੱਕ ਚੀਜ਼ ਥੋੜੀ ਹੋਰ ਪੜ੍ਹਦੇ ਹੈ। ਆਪਣਾ ਜਿਹੜਾ ਅੱਜ ਦਾ ਨੈਕਸਟ ਟੌਪਿਕ ਹੈਗਾ ਆ, ਇਹ ਹੈਗਾ ਜੀ ਸ਼ੈਲ ਮਾਡਲ। ਸ਼ੈਲ ਮਾਡਲ ਤੋਂ ਪਹੁੰਚਣ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਪੁਰਾਣੀਆਂ ਚੀਜ਼ਾਂ ਦੁਬਾਰਾ ਜਿਹੜੀਆਂ ਹੈਗੀਆਂ ਰੀਕੈਪਚਰ ਕਰਵਾਉਣਾ ਚਾਹੁੰਦੀ ਹਾਂ। ਜਦੋਂ ਆਪਾਂ ਛੋਟੀ ਕਲਾਸ ਦੇ ਵਿੱਚ ਹੁੰਦੇ ਸੀ, ਆਪਾਂ ਪੜ੍ਹਦੇ ਹੁੰਦੇ ਸੀ ਕਿ ਆਹ ਮੰਨ ਲਓ ਮੇਰਾ ਨਿਊਕਲੀਅਸ ਹੈ, ਨਿਊਕਲੀਅਸ ਦੇ ਦੁਆਲੇ ਇਲੈਕਟ੍ਰੋਨਸ ਜਿਹੜੇ ਹੈਗੇ ਆ ਉਹ ਕਿਸੇ ਪਰਟੀਕੂਲਰ ਸ਼ੈਲ ਦੇ ਵਿੱਚ ਪਾਏ ਜਾਂਦੇ ਆ। ਉਹਨਾਂ ਸ਼ੈਲਸ ਨੂੰ ਆਪਾਂ ਨਾਮ ਵੀ ਦਿੰਦੇ ਸੀ, K ਸ਼ੈਲ, L ਸ਼ੈਲ, M ਸ਼ੈਲ। ਉਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਗਾਹਾਂ ਸਬ ਸ਼ੈਲਸ ਨੂੰ ਵੀ ਸਟੱਡੀ ਕਰਦੇ ਸੀ। ਆਪਾਂ ਸਟੱਡੀ ਕਰਦੇ ਹੁੰਦੇ ਸੀ ਕਿ N ਜਿਹੜਾ ਹੈਗਾ ਉਹ ਮੇਰੇ ਕੋਲ ਪ੍ਰਿੰਸੀਪਲ ਕੁਆਂਟਮ ਨੰਬਰ ਹੈ, ਤਾਂ N ਦੀ ਵੈਲਿਊ 1 ਦੇ ਕੋਰਸਪੋਂਡਿੰਗ ਜਿਹੜੀ ਹੈਗੀ ਆ K ਸ਼ੈਲ ਹੁੰਦੀ ਸੀ, ਤੇ ਇਹਦੇ ਵਿੱਚ ਆਪਾਂ S ਨੂੰ ਸਟੱਡੀ ਕਰਦੇ ਸੀ। N = 2 ਦੇ ਵੇਲੇ ਆਪਾਂ ਇੱਕ ਐਜ਼ੀਮਿਊਥਲ ਕੁਆਂਟਮ ਨੰਬਰ ਜਿਹਨੂੰ L ਕਹਿੰਦੇ ਹੁੰਦੇ ਸੀ, ਆਪਾਂ ਉਹਦੀ ਗੱਲ ਕਰਦੇ ਸੀ ਕਿ L ਦੀ ਵੈਲਿਊ ਜਿਹੜੀ ਹੈਗੀ ਆ ਉਹ ਚੇਂਜ ਹੁੰਦੀ ਹੈ 0 ਤੋਂ ਲੈ ਕੇ N-1 ਤੱਕ। ਤਾਂ ਅਗਰ N ਦੀ ਵੈਲਿਊ 2 ਹੈਗੀ ਆ ਤਾਂ L ਕੀ ਹੋਊਗਾ, 0 ਹੋਊਗਾ ਤੇ 1 ਹੋਊਗਾ। ਤਾਂ ਉਹਦੇ ਕੋਰਸਪੋਂਡਿੰਗ ਆਪਾਂ ਜਿਹੜੀ ਹੈਗੀ ਆ ਇਸ ਸ਼ੈਲ ਦੇ ਵਿੱਚ ਆਪਾਂ S ਤੇ P ਦੀ ਗੱਲ ਕਰਦੇ ਹੁੰਦੇ ਸੀ ਕਿ L = 0 ਦੇ ਕੋਰਸਪੋਂਡਿੰਗ ਹੋਗੀ ਆਪਣੇ ਕੋਲੇ S ਸ਼ੈਲ, ਠੀਕ ਹੈ। ਅਗਰ L 0 ਹੈਗਾ, ਅਗਰ ਆਪਣੇ ਕੋਲੇ L ਦੀ ਵੈਲਿਊ 1 ਹੈਗੀ ਆ ਤਾਂ ਉਹਦੇ ਕੋਰਸਪੋਂਡਿੰਗ ਆਪਾਂ ਕੀ ਗੱਲ ਕਰਦੇ ਹੁੰਦੇ ਸੀ, P ਸ਼ੈਲ ਦੀ। ਹੁਣ ਕੀ ਪੁਆਇੰਟ ਹੈ ਇਹ ਸਾਰੀਆਂ ਚੀਜ਼ਾਂ ਨੂੰ ਡਿਸਕ੍ਰਾਈਬ ਕਰਨ ਦਾ? ਇਹ ਸਾਰੀਆਂ ਚੀਜ਼ਾਂ ਮੈਂ ਇਸ ਲਈ ਡਿਸਕ੍ਰਾਈਬ ਕਰਨਾ ਚਾਹੁੰਦੀ ਹਾਂ ਕਿਉਂਕਿ ਉਸ ਟਾਈਮ ਆਪਾਂ ਸਾਰੀਆਂ ਇਲੈਕਟ੍ਰੋਨਸ ਦੀ ਇੱਕ ਪ੍ਰੋਪਰ ਸ਼ੈਲ ਦੇ ਵਿੱਚ ਉਹਨਾਂ ਦੀ ਸਟੱਡੀ ਕਰਦੇ ਹੁੰਦੇ ਸੀ। ਆਪਾਂ ਕਹਿੰਦੇ ਹੁੰਦੇ ਸੀ ਕਿ ਕਿਸੇ ਇੱਕ ਪਰਟੀਕੂਲਰ ਸ਼ੈਲ ਦੇ ਨਾਲ ਜਿਹੜੀ ਰਿਲੇਟਡ એનર્ਜੀ ਹੈਗੀ ਆ ਉਹ ਫਾਈਨਾਈਟ એનર્ਜੀ ਹੈਗੀ ਆ,
ਉਸ ਤੋਂ ਬਾਅਦ ਜਦੋਂ ਆਪਾਂ ਨੈਕਸਟ ਸ਼ੈਲ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਚਾਹੁੰਦੇ ਹੁੰਦੇ ਸੀ ਤਾਂ ਅਗੇਨ ਆਪਣੇ ਕੋਲੇ ਇੱਥੇ ਇੱਕ એનર્ਜੀ ਦਾ, ਜਿਹਨੂੰ ਆਪਾਂ ਕਹਿੰਦੇ ਆ ਇੱਕ એનર્ਜੀ ਦਾ ਬੈਂਡ ਗੈਪ ਆਉਂਦਾ ਸੀ। ਆਪਾਂ ਕਹਿੰਦੇ ਹੁੰਦੇ ਸੀ ਕਿ ਜੇਕਰ ਕੋਈ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੀ ਗੱਲ ਕਰੀਏ ਤਾਂ ਜਿਹੜੀ 2 ਤੋਂ ਬਾਅਦ 8 ਜਿਹੜੀ ਹੈਗੀ ਆ, ਉਸ ਤੋਂ ਬਾਅਦ ਜਿਹੜੀ ਹੈਗੀ ਆ 18 ਵਰਗੀਆਂ ਜਿਹੜੀਆਂ ਕਨਫੀਗਰੇਸ਼ਨਸ ਨੇ ਉਹ ਜ਼ਿਆਦਾ ਸਟੇਬਲ ਨੇ। ਇਹ ਜ਼ਿਆਦਾ ਸਟੇਬਲ, ਇਹ ਸਟੇਬਿਲਿਟੀ ਦੀ ਗੱਲ ਕਦੋਂ ਕਰਦੇ ਹੁੰਦੇ ਸੀ? ਇਹ ਸਟੇਬਿਲਿਟੀ ਦੀ ਗੱਲ ਉਦੋਂ ਕਰਦੇ ਹੁੰਦੇ ਸੀ ਜਦੋਂ ਆਪਾਂ ਨੋਬਲ ਗੈਸਿਸ ਨੂੰ ਸਟੱਡੀ ਕਰਦੇ ਹੁੰਦੇ ਸੀ। ਜਿੱਦਾਂ ਕਿ ਤੁਸੀਂ ਗੱਲ ਕਰਦੇ ਹੁੰਦੇ ਸੀ ਹੀਲੀਅਮ ਦੀ, ਤਾਂ ਹੀਲੀਅਮ ਦੇ ਵਿੱਚ ਆਊਟਰ ਮੋਸਟ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਹੋਣ ਕਰਕੇ ਆਪਾਂ ਕਹਿੰਦੇ ਹੁੰਦੇ ਸੀ ਕਿ ਇਹ ਇੱਕ ਇਨਰਟ ਗੈਸ ਹੈਗੀ ਆ, ਇਹ ਕਿਸੇ ਨਾਲ ਰਿਐਕਟ ਨਹੀਂ ਕਰੂਗੀ ਕਿਉਂਕਿ ਇੱਕ ਸਟੇਬਲ ਸ਼ੈਲ ਦੇ ਜਿਹੜੇ ਇਲੈਕਟ੍ਰੋਨਸ ਹੈਗੇ ਆ ਉਹਦੀ ਐਸ ਸ਼ੈਲ ਹੈਗੀ ਆ ਜਿਹੜੀ ਉਹ ਕੰਪਲੀਟਲੀ ਫਿਲਡ ਹੈਗੀ ਆ। ਉਸੇ ਤਰ੍ਹਾਂ ਹੀਲੀਅਮ ਤੋਂ ਬਾਅਦ ਨਿਓਨ ਦੀ ਗੱਲ ਕਰਦੇ ਸੀ ਜਿਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਹੁੰਦੇ ਸੀ, ਕ੍ਰਿਪਟੋਨ ਦੀ ਗੱਲ ਕਰਦੇ ਸੀ ਐਂਡ ਸੋ ਔਨ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੱਸਦੀਆਂ ਹੁੰਦੀਆਂ ਸੀ ਕਿ ਕਿਸੇ ਇੱਕ ਜਿਹੜਾ ਹੈਗਾ ਇਲੈਕਟ੍ਰੋਨ ਜਿਹੜੇ ਪਏ ਹੈਗੇ ਆ ਕਿਸੇ ਵੀ ਸ਼ੈਲ ਦੇ ਵਿੱਚ, ਉਹ ਕੀ ਹੈਗਾ, ਅਗਰ ਉਹਨਾਂ ਕੋਲ ਇੱਕ ਸਟੇਬਲ ਕਨਫੀਗਰੇਸ਼ਨ ਹੈਗੀ ਆ ਤਾਂ ਉਹ ਕੀ ਹੈਗੇ ਆ, ਉਹ ਇਨਰਟ ਨੇ, ਉਹ ਜਨਰਲੀ ਕਿਸੇ ਹੋਰ ਚੀਜ਼ ਨਾਲ ਰਿਐਕਟ ਨਹੀਂ ਕਰਦੇ। ਸਿਮਿਲਰਲੀ ਜਦੋਂ ਆਪਾਂ ਇਸ ਚੀਜ਼ ਨੂੰ ਨਿਊਕਲੀਅਸ ਦੇ ਬੇਸਿਸ ਦੇ ਉੱਤੇ ਲੈ ਕੇ ਆਈਏ ਤਾਂ ਇਹ ਥਿਊਰੀ ਜਿਹੜੀ ਹੈਗੀ ਆ, ਤੁਹਾਡਾ ਜਿਹੜਾ ਸ਼ੈਲ ਮਾਡਲ ਹੈਗਾ, ਸ਼ੈਲ ਮਾਡਲ ਸੇਮ ਤਰ੍ਹਾਂ ਦੀ ਗੱਲ ਕਰਦਾ ਹੈਗਾ ਨਿਊਕਲੀਅਸ ਦੇ ਲਈ। ਉਹ ਕੀ ਕਹਿੰਦਾ? ਉਹ ਕਹਿੰਦਾ ਕਿ ਸਾਡੇ ਜਿਹੜੇ ਨਿਊਕਲੀਓਨਸ ਨੇ ਉਹ ਨਿਊਕਲੀਓਨਸ ਵੀ ਕਿਸੇ ਪਰਟੀਕੂਲਰ ਸ਼ੈਲਸ ਦੇ ਵਿੱਚ ਪਏ ਆ, ਜਿਹਦੀ ਵਜ੍ਹਾ ਕਰਕੇ ਜਿਹੜੇ ਹੈਗੇ ਆ ਕੁਛ ਕਨਫੀਗਰੇਸ਼ਨਸ ਜਿਹੜੀਆਂ ਹੈਗੀਆਂ ਜ਼ਿਆਦਾ ਸਟੇਬਲ ਹੁੰਦੀਆਂ ਨੇ ਇਨ ਕੰਪੈਰੀਜ਼ਨ ਵਿਦ ਅਦਰਸ। ਹੁਣ ਜਿਵੇਂ ਇਹਦੇ ਵਿੱਚ ਵੀ ਉਹ ਕਹਿੰਦੇ ਕਿ ਜਿਹੜੇ ਇਹਦੇ ਵਿੱਚ ਹੁਣ ਆਪਾਂ ਨੂੰ ਪਤਾ ਹੈ ਨਿਊਕਲੀਓਨਸ ਕਿਹੜੇ ਕਿਹੜੇ ਆ ਆਪਣੇ ਕੋਲੇ ਜਾਂ ਫਿਰ ਆਪਣੇ ਕੋਲੇ ਪ੍ਰੋਟੋਨਸ ਦੀ। ਤਾਂ ਜਿਹੜਾ ਇਲੈਕਟ੍ਰੋਨਸ ਦੇ ਕੇਸ ਦੇ ਵਿੱਚ ਮਾਮਲਾ ਸੀਗਾ ਉਹ ਸਿਰਫ ਆਪਾਂ ਇੱਕ ਤਰ੍ਹਾਂ ਦੇ ਪਾਰਟੀਕਲ ਨਾਲ ਡੀਲ ਕਰ ਰਹੇ ਸੀ। ਹੁਣ ਕੀ ਡੀਲ ਕਰ ਰਹੇ ਆਪਾਂ? ਨਿਊਟਰੋਨਸ ਦੇ ਨਾਲ ਡੀਲ ਕਰ ਰਹੇ ਹਾਂ, ਪ੍ਰੋਟੋਨਸ ਦੇ ਨਾਲ ਡੀਲ ਕਰ ਰਹੇ ਹਾਂ। ਪਰ ਦੇਖਿਆ ਜਾਵੇ ਤਾਂ ਨਿਊਟਰੋਨ ਤੇ ਪ੍ਰੋਟੋਨ ਦੇ ਵਿੱਚ ਜਿਹੜਾ ਹੈਗਾ ਇਸ ਚੀਜ਼ ਨੂੰ ਸਿਮਿਲਰ ਤਰੀਕੇ ਨਾਲ ਸਟੱਡੀ ਕੀਤਾ ਜਾ ਸਕਦਾ ਹੈ। ਸਟੱਡੀ ਕਰਨ ਦਾ ਇੱਥੇ ਕੀ ਮਤਲਬ ਹੈਗਾ? ਸਟੱਡੀ ਕਰਨ ਦਾ ਇੱਥੇ ਮਤਲਬ ਇਹ ਹੈ ਕਿ ਜਿਹੜੀਆਂ ਨਿਊਕਲੀਅਨ ਸ਼ੈਲਸ ਦੇ ਵਿੱਚ ਪਏ ਨੇ ਉਹ ਸ਼ੈਲਸ ਦੀਆਂ ਪ੍ਰੋਪਰਟੀਜ਼ ਨੂੰ ਆਪਾਂ ਪੜ੍ਹਨਾ, ਉਹ ਸ਼ੈਲਸ ਕਿਸ ਤਰ੍ਹਾਂ ਦੀਆਂ ਹੈਗੀਆਂ। ਤਾਂ ਇਹਦੇ ਵਿੱਚ ਜਿਹੜੀ ਕਨਫੀਗਰੇਸ਼ਨ ਆਉਂਦੀ ਹੈਗੀ ਆ, ਜਿਹੜੀ ਕਨਫੀਗਰੇਸ਼ਨ ਨੂੰ ਆਪਾਂ ਇਹਦੇ ਵਿੱਚ ਜਿਹੜੀ ਕਨਫੀਗਰੇਸ਼ਨ ਆਉਂਦੀ ਆ ਜੋ ਕਿ ਮੋਸਟ ਸਟੇਬਲ ਹੈਗੀ ਆ, ਉਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਮੈਜਿਕ ਨੰਬਰਸ। ਤਾਂ ਜਿਹੜੇ ਮੈਜਿਕ ਨੰਬਰਸ ਕੀ ਹੈਗੇ ਆ, ਜਿਵੇਂ ਆਪਾਂ ਇਲੈਕਟ੍ਰੋਨਸ ਦੀ ਗੱਲ ਕਰਦੇ ਸੀ, ਇੱਥੇ ਜਿਹੜੇ ਹੈਗੇ ਆ 2, ਮੇਰੇ ਕੋਲੇ 2 ਪ੍ਰੋਟੋਨ ਹੈ ਠੀਕ ਹੈ, ਜਾਂ ਜਿਹੜੇ ਹੈਗੇ ਆ ਉਹਦੇ 'ਚ 8 ਜਿਹੜੇ ਮੇਰੇ ਕੋਲੇ ਨਿਊਟਰੋਨਸ ਪਏ ਆ ਜਾਂ 20 ਨਿਊਟਰੋਨਸ ਪਏ ਆ, ਉਹ ਵਾਲੇ ਨਿਊਕਲੀਓਨਸ ਜਿਹੜੇ ਹੈਗੇ ਆ ਜਾਂ ਉਹ ਵਾਲਾ ਨਿਊਕਲੀਅਸਿਸ ਜਿਹੜੇ ਹੈਗੇ ਆ ਉਹ ਮੋਰ ਸਟੇਬਲ ਹੋਣਗੇ ਦੈਨ ਅਦਰਸ। ਤਾਂ ਇਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਮੈਜਿਕ ਨੰਬਰ। ਹੁਣ ਦੇਖੋ, ਜਾਂ ਤਾਂ ਨਿਊਟਰੋਨ 2 ਹੋ ਸਕਦੇ ਹੈਗੇ ਆ ਜਾਂ ਪ੍ਰੋਟੋਨ 2 ਹੋ ਸਕਦੇ ਆ, ਜਾਂ ਫਿਰ ਇਹ ਕੇਸ ਹੋ ਸਕਦਾ ਕਿ ਨਿਊਟਰੋਨ ਵੀ 2 ਹੋਣ, ਪ੍ਰੋਟੋਨ ਵੀ 2 ਹੋਣ ਠੀਕ ਹੈ। ਤਾਂ ਉਹ ਵਾਲੇ ਐਟਮ ਜਿਨ੍ਹਾਂ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨਿਊਟਰੋਨ ਵੀ 2 ਹੈਗੇ ਆ, ਪ੍ਰੋਟੋਨ ਵੀ 2 ਹੈਗੇ ਆ, ਜਾਂ ਨਿਊਟਰੋਨ 8 ਹੈਗੇ ਆ, ਪ੍ਰੋਟੋਨ ਵੀ 8 ਹੈਗੇ ਆ, ਉਹਨਾਂ ਨਿਊਕਲੀਅਸਿਸ ਨੂੰ ਆਪਾਂ ਕਹਿ ਦਿੰਦੇ ਹੈਗੇ ਆ ਡਬਲੀ ਮੈਜਿਕ ਨੰਬਰਸ, ਕਿ ਉਹਨਾਂ ਦੇ ਵਿੱਚ ਡਬਲ ਨੇ ਮੈਜਿਕ ਨੰਬਰ, ਤੇ ਉਹ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਆ ਉਹ ਕੀ ਹੁੰਦੇ ਨੇ, ਉਹ ਆਪਣੇ ਕੋਲੇ ਬਹੁਤ ਜ਼ਿਆਦਾ ਸਟੇਬਲ ਨਿਊਕਲੀਅਸਿਸ ਹੁੰਦੇ ਨੇ। ਤਾਂ ਇਹ ਸਟੇਬਿਲਿਟੀ ਜਿਹੜੀ ਹੈਗੀ ਆ ਨਿਊਕਲੀਅਸ ਦੀ ਸਿਮਿਲਰ ਤਰੀਕੇ ਨਾਲ ਡਿਫਾਈਨ ਕੀਤੀ ਜਾਂਦੀ ਹੈ ਜਿੱਦਾਂ ਆਪਾਂ ਇਲੈਕਟ੍ਰੋਨ ਦੇ ਕੇਸਿਸ ਦੇ ਵਿੱਚ ਕਰਦੇ ਸੀ ਕਿ ਅਗਰ ਕੋਈ ਸ਼ੈਲ ਜਿਹੜੀ ਹੈਗੀ ਆ ਜਦੋਂ ਕੰਪਲੀਟਲੀ ਫਿਲ ਹੋ ਜਾਂਦੀ ਹੈ ਤਾਂ ਉਸ ਟਾਈਮ ਦੇ ਉੱਤੇ ਕੁਛ ਆਪਣੇ ਕੋਲੇ ਸਪੈਸੀਫਿਕ ਨੰਬਰਸ ਹੁੰਦੇ ਸੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਸੀ ਕਿ ਇਹ ਚੀਜ਼ ਜਿਹੜੀ ਹੈਗੀ ਆ ਬਾਕੀ ਦੇ ਜਿਹੜੇ ਹੈਗੇ ਆ ਸਿਸਟਮ ਦੇ ਕੰਪੈਰੇਟਿਵਲੀ ਜ਼ਿਆਦਾ ਸਟੇਬਲ ਹੈ। ਨਿਊਕਲੀਅਸਿਸ ਜਿਹੜੇ ਹੈਗੇ ਆ ਬਾਕੀਆਂ ਦੇ ਕੰਪੈਰੇਟਿਵਲੀ ਜ਼ਿਆਦਾ ਸਟੇਬਲ ਹੁੰਦੇ ਆ। ਹੁਣ ਇਹਦੇ ਵਿੱਚ ਕੀ ਹੋ ਰਿਹਾ ਆ, ਆਪਾਂ ਇੱਕ ਸਿਸਟਮ ਲੈ ਕੇ ਚੱਲਦੇ ਹਾਂ, ਉਹ ਸਿਸਟਮ ਦੇ ਵਿੱਚ ਆਪਣੇ ਕੋਲੇ ਇੱਕ ਸਾਈਡ ਮੰਨ ਲਓ ਤੁਸੀਂ ਨਿਊਟਰੋਨ ਦਾ ਸਿਸਟਮ ਹੈਗਾ ਆ, ਨੈਕਸਟ ਸਾਈਡ ਉਹ ਸਿਸਟਮ ਜਿਹੜਾ ਹੈਗਾ ਆਪਣੇ ਕੋਲੇ ਪ੍ਰੋਟੋਨ ਵਾਸਤੇ ਆ।
ਸਿੰਸ ਨਿਊਟਰੋਨ ਤੇ ਪ੍ਰੋਟੋਨ ਦੇ ਵਿੱਚ ਪ੍ਰਾਇਮਰੀ ਡਿਫਰੈਂਸ ਚਾਰਜ ਦਾ ਹੁੰਦਾ ਆ, ਤੇ ਆਪਾਂ ਕੱਲ ਗੱਲ ਕੀਤੀ ਸੀ ਕਿ ਨਿਊਕਲੀਅਰ ਫੋਰਸਿਸ ਜਿਹੜੀਆਂ ਹੈਗੀਆਂ ਉਹ ਚਾਰਜ ਇੰਡੀਪੈਂਡੈਂਟ ਹੁੰਦੀਆਂ ਨੇ, ਤਾਂ ਇਹਨਾਂ ਸਿਸਟਮਸ ਨੂੰ ਆਪਾਂ ਸੇਮ ਤਰੀਕੇ ਨਾਲ ਸਟੱਡੀ ਕਰ ਸਕਦੇ ਹਾਂ। ਠੀਕ ਹੈ, ਆਹ ਵਾਲੇ ਰਾਜੇ ਜਿਹੜੇ ਮੈਜਿਕ ਨੰਬਰ ਦੀ ਵੈਲਿਊਜ਼ ਆਉਂਦੀਆਂ ਨੇ, ਇਹ ਵੈਲਿਊਜ਼ ਉਦੋਂ ਆਉਂਦੀਆਂ ਨੇ ਜਦੋਂ ਆਪਾਂ ਨਿਊਟਰੋਨ ਦੇ ਸਿਸਟਮ ਨੂੰ ਇੱਕ ਪੋਟੈਂਸ਼ੀਅਲ ਵੈਲ ਦੀ ਤਰ੍ਹਾਂ ਟਰੀਟ ਕਰੀਏ। ਜਿਸ ਤਰ੍ਹਾਂ ਆਪਾਂ ਕੱਲ એનર્ਜੀ ਦਾ ਗ੍ਰਾਫ ਬਣਾਇਆ ਸੀ, ਤੇ ਮੈਂ ਤੁਹਾਨੂੰ ਕਿਹਾ ਸੀ ਕਿ ਆਹ ਚੀਜ਼ ਜਿਹੜੀ ਹੈਗੀ ਆ ਇੱਕ ਅਟਰੈਕਟਿਵ ਪੋਟੈਂਸ਼ੀਅਲ ਹੈਗੀ ਆ, ਤੇ ਆਪਾਂ ਜਦੋਂ ਇਸ ਅਟਰੈਕਟਿਵ ਪੋਟੈਂਸ਼ੀਅਲ ਨੂੰ ਸੋਲਵ ਕਰਦੇ ਹਾਂ ਤਾਂ ਜਿਹੜੇ ਉਹ ਰਿਜ਼ਲਟ ਨੇ, ਉਹ ਰਿਜ਼ਲਟ ਆਪਾਂ ਨੂੰ ਆ ਸਪੈਸੀਫਿਕ ਨੰਬਰ ਦਿੰਦੇ ਨੇ। ਤਾਂ ਆਪਾਂ ਨੂੰ ਇਸ ਚੀਜ਼ ਦੀ ਜਿਹੜੀ ਹੈਗੀ ਆ ਮੈਥਮੈਟਿਕਸ ਜਾਣ ਦੀ ਜ਼ਰੂਰਤ ਨਹੀਂ, ਆਪਣੇ ਲਈ ਸਿਰਫ ਇੰਨੀ ਚੀਜ਼ ਇੰਪੋਰਟੈਂਟ ਹੈਗੀ ਆ ਕਿ ਕਿਹੜੇ ਉਹ ਮੈਜਿਕ ਨੰਬਰਸ ਹੁੰਦੇ ਨੇ, ਤੇ ਉਹ ਮੈਜਿਕ ਨੰਬਰਸ ਹੋਣ ਦੀ ਸਾਡੇ ਕੋਲੇ ਸਿਗਨੀਫੀਕੈਂਸ ਕੀ ਹੈਗੀ ਆ। ਤਾਂ ਉਹ ਮੈਜਿਕ ਨੰਬਰ ਹੋਣ ਦੀ ਸਾਡੇ ਕੋਲੇ ਸਿਗਨੀਫੀਕੈਂਸ ਕੀ ਹੈਗੀ ਆ ਕਿ ਉਹ ਵਾਲੀਆਂ ਨਿਊਕਲੀਅਰ ਸ਼ੈਲ, ਠੀਕ ਹੈ, ਜਿਹਦੇ ਵਿੱਚ ਇਲੈਕਟ੍ਰੋਨਸ, ਜਿਹਦੇ ਵਿੱਚ ਨਿਊਕਲੀਓਨਸ ਦੀ ਜਿਹੜੀ ਹੈਗੀ ਆ ਕਨਫੀਗਰੇਸ਼ਨ ਆਹ ਵਾਲੀ ਹੋਊਗੀ, ਉਹ ਵਾਲੇ ਜ਼ਿਆਦਾ ਸਟੇਬਲ ਹੈਗੇ ਆ ਐਜ਼ ਕੰਪੇਅਰ ਟੂ ਆਲ ਅਦਰ ਸ਼ੈਲਸ। ਇਹਦੇ ਵਿੱਚ ਇੱਕ ਜਿਹੜਾ ਹੈਗਾ ਆਪਣੇ ਕੋਲੇ ਸ਼ੈਲਸ ਜਿਹੜੀਆਂ ਹੈਗੀਆਂ ਤੁਹਾਡੀਆਂ, ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਡਿਫਾਈਨ ਕਰਦੇ ਹੈਗੇ ਆ। ਜਿੱਦਾਂ ਆਪਾਂ ਉਹਦੇ ਵਿੱਚ ਗੱਲ ਕਰਦੇ ਹੁੰਦੇ ਸੀ, ਆਪਾਂ ਗੱਲ ਕੀਤੀ ਸੀ 1s ਦੀ ਇਲੈਕਟ੍ਰੋਨਸ ਦੇ ਕੇਸ ਦੇ ਵਿੱਚ, 1s ਤੋਂ ਬਾਅਦ ਆਪਾਂ 2p ਦੀ ਗੱਲ ਕੀਤੀ, 2s ਦੀ ਗੱਲ ਕੀਤੀ, ਠੀਕ ਹੈ, 3p ਦੀ ਗੱਲ ਕੀਤੀ। ਆਹ ਵਾਲੀਆਂ ਸੇਮ ਸਿਸਟਮ ਆਪਣੇ ਕੋਲੇ ਇਹਦੇ 'ਚ ਫੋਲੋ ਹੁੰਦਾ ਆ ਜਦੋਂ ਆਪਾਂ ਸਿੰਪਲ ਜਿਹੜਾ ਹੈਗਾ, ਜਿੱਦਾਂ H ਹੈਗਾ, ਤਾਂ H ਜਿਹੜਾ ਹੈਗਾ ਐਨਰਜੀ ਲੈਵਲ ਹੈਗੇ ਆ ਕਿਸੇ ਨਿਊਕਲੀਅਸ ਦੇ ਵਿੱਚ, ਜਦੋਂ ਆਪਾਂ ਸਪਿਨ ਆਰਬਿਟ ਜਿਹੜਾ ਹੈਗਾ ਕੰਸੀਡਰੇਸ਼ਨ ਦੇ ਵਿੱਚ ਨਹੀਂ ਲੈਂਦੇ। ਸਪਿਨ ਆਰਬਿਟ ਤੋਂ ਤੁਸੀਂ ਮਤਲਬ ਸਮਝਦੇ ਹੋ ਹੈ ਨਾ, ਜਿੱਦਾਂ ਆਪਾਂ ਲੈ ਲਈਏ 4s ਲੈ ਲਈਏ, ਸਭ ਤੋਂ ਪਹਿਲਾਂ ਸੀ ਜਿਹੜਾ 4s ਲੈਵਲ ਹੈਗਾ ਆ, ਅਗਰ ਆਪਾਂ ਸਪਿਨ ਦੀ ਗੱਲ ਕਰੀਏ ਤਾਂ ਆਪਾਂ ਇਹਦੇ 'ਚ ਡਿਸਕਸ ਕਰ ਰਹੇ ਹੈਗੇ ਆ ਨਿਊਕਲੀਓਨਸ ਨੂੰ। ਸਾਨੂੰ ਪਤਾ ਹੈ ਨਿਊਕਲੀਓਨਸ ਕੀ ਹੁੰਦੇ ਨੇ, ਨਿਊਕਲੀਓਨਸ ਹੁੰਦੇ ਆ ਜੀ ਫਰਮੀਓਨਸ। ਫਰਮੀਓਨਸ ਦਾ ਕੀ ਮਤਲਬ ਹੈ ਇੱਥੇ, ਫਰਮੀਓਨਸ ਦਾ ਮਤਲਬ ਹੈਗਾ ਆ ਇਹ ਕੀ ਹੈਗੇ ਆ ਆਪਣੇ ਕੋਲੇ ਹਾਫ ਸਪਿਨ ਪਾਰਟੀਕਲ। ਤਾਂ ਮਤਲਬ ਇਹਨਾਂ ਦੀ ਜਿਹੜੀ ਹੈਗੀ ਆ ਇੰਟੀਗਰਲ ਸਪਿਨ ਨਹੀਂ ਹੁੰਦੀ, ਇਹਨਾਂ ਦੀ ਕੀ ਹੁੰਦੀ ਆ, ਹਾਫ ਸਪਿਨ ਹੁੰਦੀ ਆ। ਦੈਟ ਮੀਨਸ ਉਹ ਹਾਫ ਸਪਿਨ ਕਿੰਨੀ ਹੁੰਦੀ ਆ, 1/2। ਤਾਂ ਅਗਰ ਆਪਾਂ ਸਪਿਨ ਆਰਬਿਟਲ ਇੰਟਰੈਕਸ਼ਨ ਨੂੰ ਕੰਸੀਡਰੇਸ਼ਨ ਦੇ ਵਿੱਚ ਨਹੀਂ ਲੈਂਦੇ ਤਾਂ ਆਹ ਚੀਜ਼ ਜਿਵੇਂ 4s 3d 2g ਇਹ ਸਾਰੀਆਂ ਕੀ ਨੇ, ਇਹ ਸ਼ੈਲਸ ਨੇ। ਇਹ ਸ਼ੈਲਸ ਕਿੱਥੇ ਨੇ, ਇਹ ਸ਼ੈਲ ਜਿਹੜੇ ਨਿਊਕਲੀਅਸ ਦੇ ਅੰਦਰ ਨੇ। ਜਿੱਦਾਂ ਆਪਾਂ ਪਹਿਲਾਂ ਇਲੈਕਟ੍ਰੋਨ ਦੇ ਕੇਸਿਸ ਦੇ ਵਿੱਚ ਪੜ੍ਹਿਆ ਆ, ਸਿਮਿਲਰ ਚੀਜ਼ ਇੱਥੇ ਕੀ ਹੋ ਰਹੀ ਆ ਆਪਣੇ ਕੋਲੇ ਨਿਊਕਲੀਅਸ ਦੇ ਵਿੱਚ ਹੋ ਰਹੀ ਆ, ਤੇ ਨਿਊਕਲੀਅਸ ਦੀਆਂ ਸ਼ੈਲਸ ਦੇ ਅੰਦਰ ਇਹ ਪਏ ਆ ਜਦੋਂ ਆਪਾਂ ਜਿਹੜੀ ਹੈਗੀ ਆ ਸਪਿਨ ਆਰਬਿਟਲ ਜਿਹੜੀ ਇੰਟਰੈਕਸ਼ਨ ਹੈ ਉਹਨੂੰ ਕੰਸੀਡਰੇਸ਼ਨ ਦੇ ਵਿੱਚ ਨਹੀਂ ਲੈ ਰਹੇ। ਪਰ ਇਨ ਕੇਸ ਮੰਨ ਲਓ ਆਪਾਂ ਸਪਿਨ ਆਰਬਿਟਲ ਇੰਟਰੈਕਸ਼ਨ ਵੀ ਕੇਸ ਕੰਸੀਡਰੇਸ਼ਨ 'ਚ ਲਈਏ ਤਾਂ ਆਪਾਂ ਨੂੰ ਪਤਾ ਆ ਇਹ ਸਾਰੇ ਕੀ ਨੇ, ਇਹ ਆਪਣੇ ਕੋਲੇ ਹਾਫ ਸਪਿਨ ਪਾਰਟੀਕਲਸ ਨੇ, ਮੇਰੇ ਕੋਲੇ ਹਾਫ ਸਪਿਨ ਪਾਰਟੀਕਲ ਨੇ। ਤਾਂ ਸਭ ਤੋਂ ਪਹਿਲਾਂ ਅਗਰ ਮੈਂ ਇਸ ਸ਼ੈਲ ਦੀ ਗੱਲ ਕਰ ਰਹੀ ਹਾਂ, ਆਪਾਂ ਨੂੰ ਪਤਾ ਆ ਕਿ ਅਗਰ ਫਰਮੀਓਨਸ ਹਾਫ ਸਪਿਨ ਨੇ ਤਾਂ ਐਸ ਦੀ ਵੈਲਿਊ ਤਾਂ ਮੇਰੇ ਕੋਲ ਇੱਥੇ ਹਮੇਸ਼ਾ ਹਾਫ ਆਉਂਦੀ ਹੈ, ਠੀਕ ਹੈ। ਹੁਣ ਜੇਕਰ ਮੈਂ ਇਹਦੇ 'ਚ ਸਪਿਨ ਤੇ ਆਰਬਿਟਲ ਇੰਟਰੈਕਸ਼ਨ ਵੀ ਲਵਾਂ, ਆਰਬਿਟਲ ਇੰਟਰੈਕਸ਼ਨ ਨੂੰ ਆਪਾਂ ਕਾਹਦੇ ਨਾਲ ਡਿਨੋਟ ਕਰਦੇ ਹਾਂ, L ਦੇ ਨਾਲ, ਐਜ਼ੀਮਿਊਥਲ ਕੁਆਂਟਮ ਨੰਬਰ ਦੇ ਨਾਲ। ਅਗਰ ਮੈਂ S ਸ਼ੈਲ ਦੀ ਗੱਲ ਕਰ ਰਹੀ ਹਾਂ, S ਸ਼ੈਲ ਦੇ ਵਿੱਚ L ਦੀ ਵੈਲਿਊ ਕਿੰਨੀ ਹੈ ਮੇਰੇ ਕੋਲੇ, 0। ਅਗਰ L ਦੀ ਵੈਲਿਊ 0 ਹੈ ਤਾਂ ਸਪਿਨ ਆਰਬਿਟਲ J ਕੀ ਹੁੰਦਾ ਆ, L ± S, ਠੀਕ ਹੈ। ਤਾਂ ਮੇਰੇ ਕੋਲ ਇੱਥੇ J ਦੀ ਜਿਹੜੀ ਇੱਕੋ ਵੈਲਿਊ ਆ ਰਹੀ ਆ ਉਹ ਵੈਲਿਊ ਕੀ ਹੈਗੀ ਆ ਇਸ ਕੇਸ ਦੇ ਵਿੱਚ, ਹਾਫ। ਤਾਂ ਮੈਂ ਉਹਨੂੰ ਪਲੱਸ ਮਾਈਨਸ ਕਰਨ ਤੋਂ ਬਾਅਦ S ਦੇ ਵੇਲੇ J ਦੀ ਵੈਲਿਊ ਕਿੰਨੀ ਆ ਰਹੀ ਆ ਆਪਣੇ ਕੋਲੇ, ਹਾਫ। ਹੁਣ ਅਗਰ ਮੈਂ S ਤੋਂ ਬਾਅਦ D ਸ਼ੈਲ ਦੀ ਗੱਲ ਕਰਾਂ, ਸੌਰੀ P ਤੋਂ ਸਟਾਰਟ ਕਰਦੇ ਹਾਂ। ਆਪਾਂ ਨੂੰ ਪਤਾ ਆ ਆਪਾਂ ਸ਼ੈਲਸ ਕਿੱਦਾਂ ਲੈਣੇ ਹੁੰਦੇ ਆ, S P ਦੈਨ D ਦੈਨ F। S ਤੋਂ ਬਾਅਦ ਹੁਣ ਮੈਂ ਗੱਲ ਕਰ ਰਹੀ ਹੈਗੀ ਹਾਂ P ਸ਼ੈਲ ਦੀ ਲਈ। ਆਪਾਂ ਨੂੰ ਪਤਾ ਆ P ਸ਼ੈਲ ਦੀ ਜਦੋਂ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ L ਦੀ ਵੈਲਿਊ ਕਿੰਨੀ ਹੁੰਦੀ ਆ ਆਪਣੇ ਕੋਲੇ, 1। ਤਾਂ J ਕੀ ਆ ਗਿਆ ਮੇਰੇ ਕੋਲੇ, L ± S, that means 1 + 1/2 and 1 - 1/2, that means ਇਹਦੀ ਵੈਲਿਊ ਆ ਗਈ ਆਪਣੇ ਕੋਲੇ 3/2 ਤੇ 1/2।
ਸਿਮਿਲਰਲੀ ਅਗਰ ਮੈਂ ਡੀ ਦੀ ਗੱਲ ਕਰਾਂ ਤਾਂ ਡੀ ਦੇ ਵਿੱਚ ਐਲ ਦੀ ਵੈਲਿਊ ਕਿੰਨੀ ਆ ਰਹੀ ਆ ਆਪਣੇ ਕੋਲੇ 2, ਤਾਂ ਜੇ ਕਿੰਨਾ ਆ ਗਿਆ ਐਲ ਪਲਸ ਮਾਈਨਸ ਐਸ, ਦੈਟ ਮੀਨਸ 2 minus 1 by 2, 2 plus 1 by 2, that means 5 by 2, 2 2s are 4, 3 by 2। ਤਾਂ ਜਦੋਂ s ਦੇ ਲਈ ਲਿਆ ਤਾਂ ਇੱਥੇ s ਦੀ ਵੈਲਿਊ ਹਾਫ ਆ ਰਹੀ ਹੈ, ਦੈਟ ਮੀਨਸ ਕਿ ਸਪਿਨ ਆਰਬਿਟਲ ਇੰਟਰੈਕਸ਼ਨ ਤੋਂ ਬਾਅਦ ਵੀ s ਜਿਹੜਾ ਹੈਗਾ ਆਪਣੇ ਕੋਲੇ ਹਾਫ ਹੈ। ਆਪਾਂ ਉਸ ਤੋਂ ਬਾਅਦ ਕੱਢਿਆ ਸੀ p ਦੇ ਲਈ, p ਦੀਆਂ ਵੈਲਿਊਜ਼ ਆਪਾਂ ਕੀ ਕੱਢੀਆਂ ਸੀਗੀਆਂ, p ਦੇ ਲਈ ਆਪਾਂ ਵੈਲਿਊ ਕੱਢੀ ਸੀ 1 by 2 ਤੇ 3 by 2। ਤਾਂ ਹੁਣ ਦੇਖੋ p ਜਿਹੜਾ ਹੈਗਾ ਇਹ ਆਪਣੇ ਕੋਲੇ ਦੋ ਪਾਰਟਸ ਡਿਵਾਈਡ ਹੋ ਗਿਆ, p 3 by 2 ਤੇ p ਦੀ ਵੈਲਿਊ 1 by 2। ਉਸੇ ਤਰ੍ਹਾਂ ਆਪਾਂ d ਦੇ ਵਿੱਚ ਕੈਲਕੂਲੇਟ ਕੀਤਾ ਸੀ ਤਾਂ d ਆਪਣੇ ਕੋਲੇ ਕਾਹਦੇ ਚੇਂਜ ਹੋ ਗਿਆ 3 by 2 ਐਂਡ 5 by 2। ਤਾਂ ਇਹ ਡੀ ਜਨਰੇਸ਼ਨ ਕਦੋਂ ਆ ਰਹੀ ਹੈ, ਜਦੋਂ ਸਪਿਨ ਆਰਬਿਟਲ ਇੰਟਰੈਕਸ਼ਨ ਨੂੰ ਆਪਾਂ ਜਿਹੜਾ ਹੈਗਾ ਆਪਣੇ ਸਿਸਟਮ ਦੇ ਵਿੱਚ ਕੰਸੀਡਰ ਕਰਕੇ ਚੱਲ ਰਹੇ ਹਾਂ। ਠੀਕ ਹੈ, ਤਾਂ ਆਪਾਂ ਅੱਜ ਦੇ ਜਿਹੜਾ ਹੈਗਾ ਲੈਕਚਰ ਦੇ ਵਿੱਚ ਕੀ ਪੜ੍ਹਿਆ, ਆਪਾਂ ਪੜ੍ਹਿਆ ਸ਼ੈਲ ਮਾਡਲ। ਸ਼ੈਲ ਮਾਡਲ ਦੇ ਵਿੱਚ ਆਪਾਂ ਸਿੰਪਲ ਇੰਨਾ ਅੰਡਰਸਟੈਂਡ ਕਰਨ ਦੀ ਜ਼ਰੂਰਤ ਹੈਗੀ ਆ ਕਿ ਜਿਸ ਤਰ੍ਹਾਂ ਇਲੈਕਟ੍ਰੋਨ ਦੀਆਂ ਸ਼ੈਲਸ ਹੁੰਦੀਆਂ ਨੇ ਉਸੇ ਤਰ੍ਹਾਂ ਨਿਊਕਲੀਅਸ ਦੇ ਵਿੱਚ ਵੀ ਸ਼ੈਲਸ ਹੁੰਦੀਆਂ ਨੇ, ਤੇ ਆਪਾਂ ਉਹਨਾਂ ਸ਼ੈਲਸ ਦੇ ਵਿੱਚ ਜਿਹੜੇ ਹੈਗੇ ਆ ਜੇਕਰ ਉਹ ਪਰਟੀਕੂਲਰ ਨੰਬਰ ਆਫ ਨਿਊਕਲੀਓਨਸ ਆ, ਅਗਰ ਉਹਦੇ 'ਚ 2 ਨਿਊਕਲੀਓਨਸ ਨੇ, 8 ਨੇ, 20 ਨੇ ਜਾਂ 28 ਨੇ, ਤਾਂ ਉਹ ਵਾਲੇ ਜਿਹੜੇ ਨਿਊਕਲੀਓਨਸ ਨੇ ਜ਼ਿਆਦਾ ਸਟੇਬਲ ਹੁੰਦੇ ਨੇ ਇਨ ਕੰਪੈਰੀਜ਼ਨ ਵਿਦ ਅਦਰਸ। ਠੀਕ ਹੈ, ਤਾਂ ਇਹ ਚੀਜ਼ ਕਿਉਂ ਹੋ ਪਾ ਰਹੀ ਹੈ, ਇਹ ਚੀਜ਼ ਇਸੇ ਵਜ੍ਹਾ ਕਰਕੇ ਹੋ ਪਾ ਰਹੀ ਆ ਕਿ ਉਹ ਇੱਕ ਸਪੈਸੀਫਿਕ ਆਰਬਿਟਲ ਦੇ ਵਿੱਚ ਪਏ ਨੇ, ਤਾਂ ਉਹ ਆਰਬਿਟਲ ਜਿਹੜਾ ਹੈਗਾ ਉਹਨਾਂ ਨੂੰ ਇੱਕ ਸਟੇਬਲ ਕਨਫੀਗਰੇਸ਼ਨ ਪ੍ਰੋਵਾਈਡ ਕਰ ਰਿਹਾ ਆ। ਠੀਕ ਹੈ ਜੀ, ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਕੱਲ੍ਹ ਦੇ ਲੈਕਚਰ ਦੇ ਵਿੱਚ ਜਿਹੜਾ ਹੈਗਾ ਆਪਾਂ ਇਸ ਤੋਂ ਬਾਅਦ ਜਿਹੜਾ ਹੈਗਾ ਅਲਫਾ ਡਿਕੇ ਤੇ ਬੀਟਾ ਡਿਕੇ ਬਾਰੇ ਪੜ੍ਹਾਂਗੇ।